ई मिशन पंजाबी ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਖਬਰਸਾਰ ਵਿਸ਼ਲੇਸ਼ਣ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਅਕਾਲੀ ਹਲਕਿਆਂ ਦੇ ਵਿੱਚ ਝੁੰਦਾ ਕਮੇਟੀ ਦੀ ਇੰਨੇ ਦਿਨੀ ਕਾਫੀ ਚਰਚਾ ਮਗੀ ਹੋਈ ਹੈ। ਝੁੰਦਾ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਰਾਰੀ ਹਾਰ ਮਗਰੋਂ ਗਠਿਤ ਕੀਤੀ ਸੀ। ਇਸ ਦੀ ਅਗਵਾਈ ਸਾਬਕਾ ਵਿਧਾਇਕ ਇਕਬਾਲ ਸਿੰਘ ਝੁੰਦਾ ਦੇ ਹੱਥ ਸੌਂਪੀ ਗਈ ਸੀ ਤੇ ਮਗਰੋਂ ਇਹ ਕਮੇਟੀ ਝੁੰਦਾ ਕਮੇਟੀ ਵਜੋਂ ਜਾਣੀ ਗਈ, ਕਿਉਂਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਨੇ ਵੱਡੇ ਦਮਗਜ ਦੇ ਨਾਲ ਚੋਣ ਦੇ ਵਿੱਚ ਹਿੱਸਾ ਲਿਆ ਸੀ, ਪਰੰਤੂ ਮੁਸ਼ਕਲ ਦੇ ਨਾਲ 3-4 ਸੀਟਾਂ ਹੀ ਪ੍ਰਾਪਤ ਹੋ ਸਕੀਆਂ ਸਨ ਤੇ ਅਕਾਲੀ ਦਲ ਦੀ ਹੁਣ ਤੱਕ ਦੀ ਇਹ ਸਭ ਤੋਂ ਕਰਾਰੀ ਹਾਰ ਸੀਗਾ ਤੇ ਸਭ ਤੋਂ ਵੱਡੀ ਨਮੋਸ਼ੀਜਨਕ ਹਾਰ ਨੇ ਅਕਾਲੀ ਦਲ ਨੂੰ ਇੱਕ ਵਾਰ ਸਿਰ ਤੋਂ ਲੈ ਕੇ ਜੜ੍ਹਾਂ ਤੱਕ ਹਿਲਾ ਕੇ ਰੱਖ ਦਿੱਤਾ ਸੀ। ਅਜਿਹੇ ਮਗਰੋਂ ਲੋੜ ਮਹਿਸੂਸ ਹੋਈ ਕਿ 2017 ਮਗਰੋਂ ਲਗਾਤਾਰ ਦੂਜੀ ਵਾਰ ਅਕਾਲੀ ਦਲ ਨੂੰ ਫਿਰ ਵੱਡੀ ਹਾਰ ਕਿਉਂ ਸਹਿਣੀ ਪਈ ਹੈ। ਆਖਰ ਜਿਹੜੇ ਲੋਕ ਇਸ ਸਰਕਾਰ ਨੂੰ 10 ਸਾਲ ਲਗਾਤਾਰ ਰਾਜ ਭਾਗ ਸੌਂਪ ਸਕਦੇ ਹਨ, ਉਹ ਕਿਉਂ ਦੂਰ ਹੋ ਗਏ ਹਨ। ਅਕਾਲੀ ਦਲ ਦੇ ਵਿੱਚ ਕੀ ਕਮੀਆਂ ਹਨ, ਕੀ ਖਾਮੀਆਂ ਹਨ ਜਿਸ ਤੋਂ ਲੋਕ ਨਾਰਾਜ਼ ਹਨ। ਅਜਿਹੇ ਸਾਰੇ ਕਾਰਨਾਂ ਨੂੰ ਲੱਭਣ ਲਈ ਤੇ ਉਹਨਾਂ ਦਾ ਹੱਲ ਲੱਭਣ ਲਈ ਇੱਕ ਕਮੇਟੀ ਝੁੰਦਾ ਕਮੇਟੀ ਅਕਾਲੀ ਦਲ ਨੇ ਪੰਜਾਬ ਭਰ ਦੇ ਵਿੱਚ ਭਰਮਣ ਕਰਨ ਲਈ ਤੋਰੀ ਸੀ ਤੇ ਇਸ ਕਮੇਟੀ ਨੇ ਵੀ ਬੜੀ ਬਰੀਕੀ ਨਾਲ ਸਾਰਾ ਪੰਜਾਬ ਗਾਹ ਮਾਰਿਆ ਸੀ ਕਿ ਆਖਰ ਕਿੱਥੇ ਅਕਾਲੀ ਦਲ ਕੋਲ ਗਲਤੀ ਹੋਈ ਹੈ ਕਿ ਲੋਕ ਇਸ ਤੋਂ ਦੂਰ ਹੋ ਰਹੇ ਹਨ। ਆਖਰ ਸਾਰੇ ਕਾਰਨ, ਸਾਰੇ ਤੱਥ ਇਕੱਤਰ ਕਰਕੇ ਇਸ ਕਮੇਟੀ ਨੇ ਇੱਕ ਰਿਪੋਰਟ ਤਿਆਰ ਕੀਤੀ ਤੇ ਇਸ ਰਿਪੋਰਟ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਵਿੱਚ ਸੌਂਪ ਵੀ ਦਿੱਤੀ ਗਈ ਸੀ। ਉਂਝ ਇਸ ਕਮੇਟੀ ਸੰਬੰਧੀ ਇੱਕ ਵਾਰ ਅਕਾਲੀ ਦਲ ਦੀ ਇੱਕ ਅਹਿਮ ਲੀਡਰਸ਼ਿਪ ਦੀ ਵੱਡੀ ਬੈਠਕ ਵੀ ਹੋਈ, ਪਰੰਤੂ ਉਦੋਂ ਇਸ ਕਮੇਟੀ ਸੰਬੰਧੀ ਮਾਮਲੇ ਨੂੰ ਟਾਲ ਕੇ ਕਈ ਹੋਰ ਮੁੱਦਿਆਂ ਨੂੰ ਛੂਹ ਲਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਹ ਕਮੇਟੀ ਅਕਾਲੀ ਦਲ ਦੀ ਲੀਡਰਸ਼ਿਪ ਲਈ ਬੜੀ ਖਤਰਨਾਕ ਸਾਬਤ ਹੋਵੇਗੀ ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ। ਖਾਸ ਕਰਕੇ ਬਾਦਲ ਪਰਿਵਾਰ ਲਈ ਇਹ ਕਮੇਟੀ ਕਾਫੀ ਔਖਿਆਈ ਦੇਣ ਵਾਲੀ ਹੈ। ਲੋਕਾਂ ਨੇ ਜੋ ਕਮੇਟੀ ਕੋਲ ਰੋਣੇ ਰੋਏ ਜਾਂ ਅਕਾਲੀ ਦਲ ਦੀ ਹਾਰ ਦੇ ਕਾਰਨਾਂ ਨੂੰ ਬਿਆਨਿਆ ਤਾਂ ਸੂਤਰ ਦੱਸਦੇ ਹਨ ਕਿ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਕਿਤੇ ਨਾ ਕਿਤੇ ਅੰਕਿਤ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬਜਾਏ ਕਿਸੇ ਹੋਰ ਹਰਮਨ ਪਿਆਰੇ ਆਗੂ ਦੇ ਹਵਾਲੇ ਕੀਤੀ ਜਾਵੇ। ਸੂਤਰ ਇਹ ਵੀ ਦੱਸਦੇ ਹਨ ਕਿ ਕਮੇਟੀ ਦੇ ਵਿੱਚ ਇੱਕ ਇਹ ਵੀ ਅਹਿਮ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲਾਂ ਤੋਂ ਵੱਖ ਕੀਤੇ ਬਗੈਰ ਅਕਾਲੀ ਦਲ ਦੀ ਤਕਦੀਰ ਸੰਵਰ ਵਾਲੀ ਨਹੀਂ, ਲਿਹਾਜ਼ਾ ਅਜਿਹੇ ਸਾਰੇ ਮਾਮਲੇ ਅਕਾਲੀ ਦਲ ਦੀ ਲੀਡਰਸ਼ਿਪ ਲਈ ਕਾਫੀ ਘਿਨਾਉਣੇ ਵੀ ਹਨ ਤੇ ਉਂਝ ਇਹ ਗੱਲ ਵੀ ਇੱਕ ਵੱਖਰੇ ਪਹਿਲੂ ਤੋਂ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਦੇ ਕੋਲ ਇਸ ਵੇਲੇ ਕੋਈ ਅਜਿਹਾ ਦਿਗਜ ਆਗੂ ਨਹੀਂ ਜਿਹੜਾ ਅਕਾਲੀ ਦਲ ਦੀ ਵਾਗਡੋਰ ਵਿੱਤੀ ਜੁਰਤ ਨਾਲ ਸੰਭਾਲ ਸਕਦਾ ਹੋਵੇ। ਵਿੱਤੀ ਜੁਰਤ ਮਤਲਬ ਕਿ ਅਕਾਲੀ ਦਲ ਦੀ ਪ੍ਰਧਾਨਗੀ ਲਈ ਜਿਹੜਾ ਨਿੱਤ ਦਾ ਖਰਚਾ ਹੁੰਦਾ ਹੈ ਉਹ ਸ਼ਖਸ ਓੜ ਸਕੇ, ਕਿਉਂਕਿ ਇਸ ਵੇਲੇ ਸੂਤਰ ਦੱਸਦੇ ਹਨ ਕਿ ਅਕਾਲੀ ਦਲ ਨੂੰ ਮਾੜੇ ਤੋਂ ਮਾੜੇ ਦਿਨਾਂ ਦੇ ਵਿੱਚ ਅੱਗੇ ਤੋਰਨ ਲਈ ਵੱਡਾ ਖਰਚਾ ਦਿਨ ਬ ਦਿਨ ਕਰਨਾ ਪੈ ਰਿਹਾ ਹੈ ਤੇ ਇਹ ਸਾਰਾ ਖਰਚਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਧੇਰੇ ਕਰਕੇ ਆਪਣੀ ਜੇਬ ਦੇ ਵਿੱਚੋਂ ਹੀ ਕਰ ਰਹੇ ਹਨ। ਦੱਸਦੇ ਹਨ ਕਿ ਝੁੰਦਾ ਕਮੇਟੀ ਦਾ ਜਿਹੜਾ ਜਿੰਨ ਹੈ ਬੋਤਲ ਦੇ ਵਿੱਚ ਪਿਆ, ਉਸ ਨੂੰ ਬਾਹਰ ਕਰਨ ਲਈ ਸੰਗਰੂਰ ਦੀ ਚੋਣ ਤੋਂ ਪਹਿਲਾਂ ਇੱਕ ਵਾਰ ਕਾਫੀ ਸਰਗਰਮੀ ਵੀ ਸਾਹਮਣੇ ਆਈ ਸੀਗਾ, ਪਰੰਤੂ ਉਸ ਮਗਰੋਂ ਸੰਗਰੂਰ ਦੀ ਚੋਣ ਦੇ ਵਿੱਚ ਅਕਾਲੀ ਦਲ ਜੁਟ ਗਿਆ। ਭਾਵੇਂ ਸੰਗਰੂਰ ਦੀ ਚੋਣ ਦੇ ਵਿੱਚ ਵੀ ਅਕਾਲੀ ਦਲ ਨੂੰ ਕਰਾਰੀ ਹਾਰ ਹੋਈ ਹੈ ਤੇ ਇਸ ਦੇ ਉਮੀਦਵਾਰ ਜ਼ਮਾਨਤ ਜ਼ਬਤ ਕਰਵਾ ਚੁੱਕੇ ਹਨ, ਪਰੰਤੂ ਦੂਜੇ ਬੰਨੇ ਇੱਕ ਜਿਹੜਾ ਹੋਰ ਪਹਿਲੂ ਸਾਹਮਣੇ ਆਇਆ ਕਿ ਉਹ ਹੈ ਕਿ ਰਾਸ਼ਟਰਪਤੀ ਦੀ ਜਿਹੜੀ ਚੋਣ ਹੈ
ਉਸ ਨੇ ਅਕਾਲੀ ਦਲ ਦੇ ਕਈ ਸਮੀਕਰਨ ਇੱਕ ਵਾਰ ਫਿਰ ਬਦਲਣੇ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਅਕਾਲੀ ਦਲ ਨੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਨੱਡਾ ਦੇ ਹੁਕਮਾਂ ਮਗਰੋਂ ਰਾਸ਼ਟਰਪਤੀ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਆਪਣਾ ਸਮਰਥਨ ਦੇਣ ਦਾ ਜਿਹੜਾ ਫੈਸਲਾ ਲਿਆ ਹੈ, ਉਸ ਨਾਲ ਅਕਾਲੀ ਹਲਕਿਆਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਇੱਕ ਨਵਾਂ ਜੋਸ਼ ਵੀ ਵੇਖਣ ਨੂੰ ਮਿਲ ਰਿਹਾ ਹੈ। ਸੂਤਰ ਦੱਸਦੇ ਹਨ ਕਿ ਅਕਾਲੀ ਦਲ ਦੀ ਇੱਕ ਵੱਖਰੀ ਇੱਛਾ ਇਹ ਵੀ ਬਣੀ ਹੈ ਕਿ ਦੁਬਾਰਾ ਫਿਰ ਭਾਜਪਾ ਨਾਲ ਅਲਾਇੰਸ ਹੋ ਜਾਵੇ, ਕਿਉਂਕਿ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਇੱਕ ਸਿੱਧੇ ਤੌਰ 'ਤੇ ਜ਼ਾਹਰੀ ਹੈ ਕਿ ਅਕਾਲੀ ਦਲ ਨੇ NDA ਨੂੰ ਮੁੜ ਅਪਣਾ ਲਿਆ ਹੈ। ਭਾਵੇਂ ਅਕਾਲੀ ਦਲ ਦਾ ਇਹ ਵੱਖਰਾ ਕਹਿਣਾ ਹੈ ਕਿ ਜਿਹੜੇ ਭਾਜਪਾ ਨਾਲ ਮਤਭੇਦ ਹਨ ਉਹ ਫਿਲਹਾਲ ਉੱਥੇ ਹੀ ਖੜੇ ਹਨ। ਸਿਆਸਤ ਦੇ ਵਿੱਚ ਹਾਲਾਤ ਹੇਠਾਂ ਉੱਪਰ ਹੁੰਦੇ ਰਹਿੰਦੇ ਹਨ ਅਤੇ ਅਕਾਲੀ ਹਲਕਿਆਂ ਦੇ ਵਿੱਚ ਇਹ ਗੱਲ ਅਜੇ ਵੀ ਚਰਚਾ ਦੇ ਵਿੱਚ ਹੈ ਕਿ ਜੇਕਰ ਚੋਣਾਂ ਕਮੇਟੀ ਦੀ ਰਿਪੋਰਟ ਖੁੱਲ੍ਹਦੀ ਹੈ, ਉਸ ਨੂੰ ਨਿੱਠ ਬੈਠ ਕੇ ਲੀਡਰਸ਼ਿਪ ਲਾਗੂ ਕਰਦੀ ਹੈ, ਤਾਂ ਜ਼ਾਹਰੀ ਹੈ ਕਿ ਪਾਰਟੀ ਦੀ ਪ੍ਰਧਾਨਗੀ ਕਿਸੇ ਹੋਰ ਸ਼ਖਸ ਨੂੰ ਸੌਂਪਣੀ ਪੈ ਸਕਦੀ ਹੈ। ਇਹ ਤਾਂ ਹੁਣ ਅਗਲਾ ਸਮਾਂ ਹੀ ਦੱਸੇਗਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਅੰਦਰ ਖਤੇ ਆਪਣੇ ਤੌਰ 'ਤੇ ਕਈ ਫੈਸਲੇ ਲੈ ਰਹੀ ਹੈ ਅਤੇ ਵਾਚ ਵੀ ਰਹੀ ਹੈ, ਉਹ ਅਗਲੇ ਸਮੇਂ ਕਿਸ ਤਰ੍ਹਾਂ ਦੀ ਅੰਗੜਾਈ ਲੈਂਦੀ ਹੈ। ਉਂਝ ਦੱਸਦੇ ਹਨ ਕਿ ਅਕਾਲੀ ਦਲ ਨੇ ਸੰਗਰੂਰ ਦੀ ਚੋਣ ਉੱਤੇ ਇੱਕ ਅਹਿਮ ਟੇਕ ਜ਼ਰੂਰ ਲਾਈ ਹੋਈ ਸੀ ਕਿ ਸ਼ਾਇਦ ਵਿਧਾਨ ਸਭਾ ਚੋਣ ਦੇ ਜਿਹੜੇ ਦਾਗ ਪਾਰਟੀ ਉੱਤੇ ਪਏ ਹਨ ਉਹ ਧੋਤੇ ਜਾਣ, ਪਰੰਤੂ ਅਜਿਹਾ ਨਹੀਂ ਹੋਇਆ। ਲਿਹਾਜ਼ਾ ਚੋਣਾਂ ਕਮੇਟੀ ਦੀ ਰਿਪੋਰਟ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਉਣੀ ਸੁਭਾਵਿਕ ਹੀ ਹੈ। ਉਧਰ ਆਪ ਸਰਕਾਰ ਵੱਲੋਂ ਸੰਗਰੂਰ ਲੋਕ ਸਭਾ ਦੀ ਸੀਟ ਦੇ ਵਿੱਚ ਪਕੜ ਗਵਾਉਣ ਮਗਰੋਂ ਹੁਣ ਸੂਬੇ ਦੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਮੁੜ ਦਮਗਿਜ਼ੀ ਦੇ ਨਾਲ ਉੱਠਣ ਦਾ ਫੈਸਲਾ ਲਿਆ ਹੈ। ਭਾਵੇਂ ਫਿਲਹਾਲ ਸੂਬੇ ਦੀਆਂ 41 ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਵਾਰਡਬੰਦੀ ਦੇ ਬਹਾਨੇ ਦੇ ਤੌਰ 'ਤੇ ਅੱਗੇ ਪਾ ਦਿੱਤਾ ਗਿਆ ਹੈ, ਪਰੰਤੂ ਪਾਰਟੀ ਅਤੇ ਸਰਕਾਰ ਵਿਚਲੇ ਸੂਤਰ ਦੱਸਦੇ ਹਨ ਕਿ ਪਾਰਟੀ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਨਿੱਠ ਬੈਠ ਕੇ ਤਿਆਰੀ ਕਰ ਰਹੀ ਹੈ। ਜਿੱਥੇ ਸਰਕਾਰੀ ਤੌਰ 'ਤੇ ਵਾਰਡਬੰਦੀ ਨਵੇਂ ਸਿਰੋਂ ਹੋ ਰਹੀ ਹੈ, ਉੱਥੇ ਪਾਰਟੀ ਵੱਲੋਂ ਪਾਰਟੀ ਆਗੂਆਂ ਅਤੇ ਵਰਕਰਾਂ ਦੀਆਂ ਅੰਦਰ ਖਤੇ ਡਿਊਟੀਆਂ ਲੱਗ ਰਹੀਆਂ ਹਨ ਕਿ ਉਹ ਜਿੱਥੇ ਜਿੱਥੇ ਵੀ ਚੋਣਾਂ ਹੋਣ ਵਾਲੀਆਂ ਹਨ ਉੱਥੇ ਉਹ ਪਾਰਟੀ ਦੇ ਕੇਡਰ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਾ ਛੱਡਣ। ਪਾਰਟੀ ਨਹੀਂ ਚਾਹੁੰਦੀ ਕਿ ਸੰਗਰੂਰ ਵਾਂਗ ਕਿਤੇ ਮੁੜ ਨਿਰਾਸ਼ਾ ਵੇਖਣੀ ਪਵੇ। ਪਾਰਟੀ ਹੁਣ ਸੂਬੇ ਦੀਆਂ ਹਰ ਚੋਣਾਂ ਦੇ ਵਿੱਚ ਪੱਕੇ ਪੈਰੀ ਉਤਰਨ ਦੇ ਰੌਂ ਦੇ ਵਿੱਚ ਦੱਸੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਇਸ ਸੰਬੰਧੀ ਪਾਰਟੀ ਦੀ ਅਗਲੇ ਹਫ਼ਤੇ ਇੱਕ ਅਹਿਮ ਬੈਠਕ ਵੀ ਹੋ ਰਹੀ ਹੈ, ਜਿਸ ਦੇ ਵਿੱਚ ਪੰਜਾਬ ਦੀਆਂ ਨਗਰ ਕੌਂਸਲਾਂ, ਨਗਰ ਨਿਗਮਾਂ ਅਤੇ ਹੋਰ ਚੋਣਾਂ ਸੰਬੰਧੀ ਇੱਕ ਅਹਿਮ ਅਗਾਊਂ ਸਮੀਖਿਆ ਕੀਤੇ ਜਾਣ ਦਾ ਪ੍ਰੋਗਰਾਮ ਹੈ। ਉੱਧਰ ਕੈਬਨਿਟ ਦੇ ਪਹਿਲੇ ਵਿਸਤਾਰ ਮਗਰੋਂ ਮੰਤਰੀ ਮੰਡਲ ਦੀ ਅੱਜ ਹੋਈ ਬੈਠਕ ਦੇ ਵਿੱਚ ਇਸ ਗੱਲ ਉੱਤੇ ਮੋਹਰ ਲਾ ਦਿੱਤੀ ਗਈ ਹੈ ਕਿ ਬਿਜਲੀ ਖਪਤਕਾਰਾਂ ਨੂੰ ਹਰ ਬਿੱਲ ਉੱਤੇ 600 ਯੂਨਿਟ ਬਿਜਲੀ ਮਾਫੀ ਪ੍ਰਦਾਨ ਕੀਤੀ ਜਾਵੇ। ਜਰਨਲ ਕੈਟਾਗਰੀ ਨੂੰ ਛੱਡ ਕੇ ਬਾਕੀ ਸਾਰੇ ਵਰਗਾਂ ਨੂੰ ਹਰ ਸਰਕਲ ਪ੍ਰਤੀ ਬਿੱਲ 600 ਯੂਨਿਟ ਬਿਜਲੀ ਮੁਫਤ ਦੇਣ ਦਾ ਸਰਕਾਰ ਨੇ ਫੈਸਲਾ ਜੋ ਲਿਆ ਸੀ, ਉਸ ਉੱਤੇ ਅੱਜ ਮੋਹਰ ਲਗਾ ਦਿੱਤੀ ਗਈ ਹੈ। ਹੁਣ ਅੱਗੇ ਵੇਖਣਾ ਹੈ ਕਿ ਇਸ ਫੈਸਲੇ ਦੇ ਨਾਲ ਸੂਬੇ ਦੇ ਬਿਜਲੀ ਢਾਂਚੇ ਉੱਤੇ ਕਿੰਨਾ ਵਿੱਤੀ ਬੋਝ ਪਵੇਗਾ, ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਨੀਅਤ ਸਾਫ਼ ਹੋਣੀ ਚਾਹੀਦੀ ਹੈ, ਇਹ ਵਿੱਤੀ ਬੋਝ ਆਪਣੇ ਆਪ ਹੱਲ ਹੋ ਜਾਣਗੇ। ਹੁਣ ਵੇਖਣਾ ਹੈ ਕਿ ਇਹ ਵਿੱਤੀ ਬੋਝ ਦੀ ਜਿਹੜੀ ਪੰਡ ਹੈ ਉਹ ਸਰਕਾਰ ਕਿਵੇਂ ਨਜਿੱਠੇਗੀ। ਕੈਬਨਿਟ ਦੀ ਮੀਟਿੰਗ ਹੋਈ ਜੀ, ਜੋ ਅਸੀਂ ਕਿਹਾ ਸੀ ਅਰਵਿੰਦ ਕੇਜਰੀਵਾਲ ਜੀ ਉਸ ਵੇਲੇ ਪ੍ਰੈਸ ਕਲੱਬ ਚੰਡੀਗੜ੍ਹ 'ਚ ਆਏ ਸੀ, ਤੁਸੀਂ ਵੀ ਸ਼ਾਇਦ ਉਹਨਾਂ ਨੂੰ ਕਵਰ ਕੀਤਾ ਹੋਣਾ ਉਹਦੇ ਵਿੱਚ, ਅਤੇ ਅਸੀਂ ਕਿਹਾ ਸੀਗਾ ਕਿ 300 ਯੂਨਿਟ ਪਰ ਮੰਥ ਅਸੀਂ ਫ੍ਰੀ ਕਰਾਂਗੇ ਬਿਜਲੀ। ਮਾਈਕ ਅੱਗੇ ਕਰਨਾ, ਅਸੀਂ ਜਗ੍ਹਾ ਜਗ੍ਹਾ ਚੋਣ ਪ੍ਰਚਾਰ 'ਚ ਜਾ ਕੇ ਜੀ ਇਹ ਗੱਲ ਕਹੀ।
ਤੇ ਅਸੀਂ 1 ਜੁਲਾਈ ਤੋਂ 300 ਯੂਨਿਟ ਪਰ ਮੰਥ ਤੇ 600 ਯੂਨਿਟ ਪਰ ਬਿਲਿੰਗ ਸਾਈਕਲ, ਕਿਉਂਕਿ 2 ਮਹੀਨੇ ਦਾ ਬਿੱਲ ਆਉਂਦਾ ਜੀ, ਪੰਜਾਬ ਦੇ ਲੋਕਾਂ ਨੂੰ ਬਿਜਲੀ ਫ੍ਰੀ ਮਿਲ ਜਾਊਗੀ। ਅੱਜ ਕੈਬਨਿਟ ਦੇ ਵਿੱਚ ਉਹਤੇ ਮੋਹਰ ਲੱਗ ਗਈ ਜੀ, ਉਹ ਜਿਹੜਾ ਫੈਸਲਾ ਲਾਗੂ ਹੋ ਚੁੱਕਿਆ ਜੀ ਜੀ, ਠੀਕ ਹੈ। ਤੇ ਕੋਈ ਕਿਲੋਵਾਟ ਦੀ ਕੰਡੀਸ਼ਨ ਨਹੀਂ ਹੈਗੀ। ਪਹਿਲਾਂ ਕੀ ਸੀਗਾ ਕਿ ਜੇ 80 ਪਰਿਵਾਰ ਹੈ ਪਰ 1 ਕਿਲੋਵਾਟ ਜੀ, ਜਿਹੜਾ ਪਰਿਵਾਰ 600 ਯੂਨਿਟ ਤੋਂ ਘੱਟ ਖਪਤ ਕਰ ਰਿਹਾ ਹੈ ਉਹ ਤਾਂ ਫਿਰ ਇਹਦਾ ਮਤਲਬ ਪਹਿਲੇ ਹੀ 1 ਕਿਲੋਵਾਟ ਹੀ ਹੋਊਗਾ। 2 ਪੱਖੇ 1 ਬੱਲਬ ਜੀ 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 ਜੀ, 2 ਬੱਲਬ 1 ਪੱਖਾ ਜੀ, ਸੋ ਕੋਈ ਕਿਲੋਵਾਟ ਦੀ ਲਿਮਿਟ ਕੋਈ ਨੋ। ਜਿੰਨੇ ਵੀ ਕੈਪ ਘਟਾ ਦਿੱਤੇ ਸਾਰਿਆਂ ਲਈ, SC BC ਫਰੀडम ਫਾਈਟਰ BPL ਜਨਰਲ ਕੈਟੇਗਰੀ ਦੇ ਵੀ ਜਿਹੜੇ ਬਿਲੋ ਪਾਵਰਟੀ ਲਾਈਨ ਨੇ ਜੀ ਜੀ, ਸਾਰਿਆਂ ਨੂੰ 600 ਯੂਨਿਟ ਬਿਜਲੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਗਿਆ ਫ੍ਰੀ ਮਿਲੂ ਜੀ, 600 ਯੂਨਿਟ ਪਰ ਬਿੱਲ ਤੇ ਮੈਂ ਉਮੀਦ ਕਰਦਾ ਕਿ ਇਸ ਫੈਸਲੇ ਨਾਲ ਸ਼ਾਇਦ ਜਿਵੇਂ ਦਿੱਲੀ 'ਚ ਫੈਸਲਾ ਕੀਤਾ ਸੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿ 20,000 ਲੀਟਰ ਪਾਣੀ ਫ੍ਰੀ ਕਰਤਾ ਸੀ, ਲੋਕਾਂ ਨੇ ਪਾਣੀ 20,000 ਤੋਂ ਥੱਲੇ ਰੱਖਣ ਲਈ ਘੱਟ ਖਪਤ ਹੋ ਗਈ, 35% ਕੰਜ਼ੰਪਸ਼ਨ ਘੱਟ ਗਈ ਸੀ। ਮੈਨੂੰ ਉਮੀਦ ਹੈ ਕਿ ਇਸ ਫੈਸਲੇ ਨਾਲ ਪੰਜਾਬ ਦੇ ਲੋਕਾਂ ਨੂੰ ਤਾਂ ਫਾਇਦਾ ਹੋਊਗਾ। ਇਹ ਵੀਡੀਓ ਬਣਨ ਦੌਰਾਨ ਇੱਕ ਖੁਸ਼ਖਬਰੀ ਵੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਭਲਕੀ 7 ਜੁਲਾਈ ਨੂੰ ਚੰਡੀਗੜ੍ਹ ਦੇ ਵਿੱਚ ਵਿਆਹ ਰੱਖਿਆ ਗਿਆ ਹੈ। ਭਾਵੇਂ ਪਹਿਲਾਂ ਉਹਨਾਂ ਦੇ 2 ਬੱਚੇ ਹਨ, ਪਰੰਤੂ ਪਹਿਲੀ ਪਤਨੀ ਨਾਲ ਉਹਨਾਂ ਦਾ ਤਲਾਕ ਹੋ ਚੁੱਕਾ ਸੀ। 2014 ਦੇ ਵਿੱਚ ਉਹ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ ਤੇ ਕੁਝ ਸਾਲਾਂ ਬਾਅਦ ਹੀ ਉਹਨਾਂ ਦਾ ਪਹਿਲੀ ਪਤਨੀ ਇੰਦਰਜੀਤ ਕੌਰ ਨਾਲੋਂ ਤਲਾਕ ਵਿਛੋੜਾ ਹੋ ਗਿਆ ਸੀ। ਹੁਣ ਉਹਨਾਂ ਦਾ ਇਹ ਦੂਜਾ ਵਿਆਹ ਹੈ। ਦੱਸਿਆ ਜਾਂਦਾ ਹੈ ਕਿ ਦੁਲਹਨ ਦਾ ਨਾਂ ਡਾਕਟਰ ਗੁਰਪ੍ਰੀਤ ਕੌਰ ਹੈ, ਜਿਹੜੇ ਕਿ ਰਾਜਪੁਰਾ ਤੋਂ ਵਾਸੀ ਦੱਸੇ ਜਾਂਦੇ ਹਨ। ਇਹ ਵਿਆਹ ਬੜਾ ਨਿੱਜੀ ਤੇ ਸੀਮਤ ਰੱਖਿਆ ਗਿਆ ਹੈ, ਜਿਸ ਦੇ ਵਿੱਚ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋ ਰਹੇ ਹਨ। ਦੱਸਿਆ ਜਾਂਦਾ ਹੈ ਕਿ ਰਾਜ ਸਭਾ ਮੈਂਬਰ ਰਾਘਵ ਚੱਡਾ ਹੋਰਾਂ ਨੇ ਵਿਆਹ ਦੀਆਂ ਤਿਆਰੀਆਂ ਦਾ ਜ਼ਿੰਮਾ ਸੰਭਾਲ ਲਿਆ ਹੈ। ਅਦਾਰਾ ਮਿਸ਼ਨ ਪੰਜਾਬੀ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਆਹ ਦੀ ਵਧਾਈ ਹੋਵੇ। ਅੱਜ ਦੇ ਅਜਿਹੇ ਵਿਸ਼ਲੇਸ਼ਣ ਤੇ ਇਨਫੋਰਮੇਸ਼ਨ ਪ੍ਰੋਗਰਾਮ ਦੌਰਾਨ ਆਪਾਂ ਪ੍ਰੋਗਰਾਮ ਨੂੰ ਵਿਸ਼ਰਾਮ ਦਈਏ। ਧੰਨਵਾਦ। ਸਤਿ ਸ੍ਰੀ ਅਕਾਲ। ਮਿਸ਼ਨ ਪੰਜਾਬੀ।